अस्सलाम वालेकुम जी। ਵਿਚਾਰਾ ਮਾਸਟਰ ਪ੍ਰਾਇਮਰੀ ਹਿੱਸੇ ਦਾ ਪਿੰਡਾਂ ਦੇ ਜਿਹੜੇ ਮਾਸਟਰ ਨੇ ਉਹਨਾਂ ਵਿਚਾਰਿਆਂ ਦੀ ਅੱਜ ਵੀ ਇਹ ਕਫੀਅਤ ਤੇ ਇਹ ਹਾਲਤ ਹੈ ਕਿ ਉਹਨਾਂ ਕੋਲੋਂ ਬੱਚੇ ਪੜ੍ਹ ਕੇ ਤੇ ਵਜ਼ੀਰ ਮਸ਼ੀਰ ਲੱਗ ਗਏ ਨੇ, ਲੇਕਿਨ ਉਹਨਾਂ ਵਿਚਾਰਿਆਂ ਨੂੰ ਅੱਜ ਵੀ ਬੱਸ ਦੇ ਉੱਤੇ ਜਾਣ ਨਾ ਤੇ ਕੋਈ ਜਗ੍ਹਾ ਨਹੀਂ ਦਿੰਦਾ ਤੇ ਅੱਜ ਵੀ ਕਿਤੇ ਬਿਜਲੀ ਦੇ ਮਹਿਕਮੇ 'ਚ ਟੁਰ ਜਾਣ ਤੇ ਉਹਨਾਂ ਦਾ ਕੋਈ ਬਿੱਲ ਨਹੀਂ ਘਟਾਉਂਦਾ ਕਿ ਜੀ ਇਹ ਸਕੂਲ ਮਾਸਟਰ ਹੈ। ਤੇ ਉਹਨਾਂ ਕੋਲੋਂ ਪੜ੍ਹ ਕੇ ਲੋਕ ਕਿਤੇ ਦੁਨੀਆ ਦੇ ਆਖਰੀ ਕੋਨੇ ਤੱਕ ਟੁਰ ਗਏ ਨੇ, ਲੇਕਿਨ ਮਾਸਟਰ ਵਿਚਾਰਾ ਉੱਥੇ ਦਾ ਉੱਥੇ ਰਿਹਾ। ਮਾਸਟਰ ਨੇ ਆਪਣੀ ਹਾਲਤ ਨਹੀਂ ਬਦਲੀ, ਮਾਸਟਰ ਨੇ ਕੋਸ਼ਿਸ਼ ਹੀ ਨਹੀਂ ਕੀਤੀ। ਮਾਸਟਰ ਇੱਕ ਐਸਾ ਮਹਿਕਮਾ ਹੈ ਕਿ ਜਿਹਦੇ ਵਿੱਚ ਦੁਨੀਆ ਦਾ ਕੋਈ ਸ਼ਖਸ ਐਸਾ ਨਹੀਂ ਹੈ ਵੀ ਕਿ ਜਿਹੜਾ ਮਾਸਟਰ ਦੀਆਂ ਨਜ਼ਰਾਂ ਤੋਂ ਉਜਲ ਜਾਂ ਮਾਸਟਰ ਦੇ ਹੱਥਾਂ ਤੋਂ ਜਾਂ ਮਾਸਟਰ ਦੀ ਬਗੈਰ ਤਰਬੀਅਤ ਤੋਂ ਤਰੱਕੀ ਕਰ ਗਿਆ ਹੋਵੇ। ਮਾਸਟਰ ਸਭ ਤੋਂ ਪਹਿਲਾਂ, ਲੇਕਿਨ ਮਾਸਟਰ ਨੇ ਖੁਦ ਆਪਣੀ ਹਾਲਤ ਨਹੀਂ ਬਦਲੀ ਕਿ ਨਾ ਤਾਂ ਇਹਨੇ ਕੋਈ ਇਤਫਾਕ ਕੀਤਾ, ਨਾ ਇਹ ਇਕੱਠ 'ਚ ਆਇਆ, ਨਾ ਹੀ ਕਿਧਰੇ ਇਹਨੇ ਜਿਹੜਾ ਨਾ ਸਾਰੀ ਜ਼ਿੰਦਗੀ ਸਾਰੇ ਮਾਸਟਰ ਜਿਹੜੇ ਪਿੰਡਾਂ ਦੇ ਉਹ ਇਕੱਠੇ ਹੋਏ ਨੇ, ਨਾ ਹੀ ਕੋਈ ਗੌਰਮੈਂਟ ਨੇ ਇਹਦੇ ਬਾਰੇ 'ਚ ਸੋਚਿਆ ਕਿ ਬਈ ਇਸ ਮਹਿਕਮੇ ਨੂੰ ਵੀ ਤਰੱਕੀ ਦਿੱਤੀ ਜਾਏ ਜਾਂ ਇਸ ਮਹਿਕਮੇ ਦੇ ਜਿਹੜੇ ਲੋਕ ਨੇ ਉਹ ਵੀ ਤਰੱਕੀ ਕਰਨ ਜਾਂ ਉਹਨਾਂ ਦੇ ਵੀ ਬਾਰੇ 'ਚ ਕੁਝ ਸੋਚਿਆ ਜਾਏ, ਉਹਨਾਂ ਨੂੰ ਕੁਝ ਸਹੂਲਤਾਂ ਦਿੱਤੀਆਂ ਜਾਣ। ਕੋਈ ਇੱਕ ਉਹਨਾਂ ਦਾ ਵੀ ਤਾਂ ਹੈ ਹੀ ਹੈ ਬਈ, ਇਹ ਨਹੀਂ ਕਹਿ ਸਕਦੇ ਕਿ ਵੀ ਗੌਰਮੈਂਟ ਦੀ ਤਰਫੋਂ ਹੀ ਸਾਰੀਆਂ ਗਲਤੀਆਂ ਆਉਂਦੀਆਂ ਨੇ ਪਈਆਂ। ਕੁਝ ਮਾਸਟਰਾਂ ਨੇ ਵੀ ਸਾਰੀ ਜ਼ਿੰਦਗੀ ਕਸਮ ਚੁੱਕੀ ਹੈ ਵੀ ਅਸੀਂ ਆਪਣੀ ਹਾਲਤ ਬਦਲਣਾ ਹੀ ਨਹੀਂ ਚਾਹੁੰਦੇ। ਮਾਸਟਰਾਂ ਦੇ ਅਸੀਂ ਖਿਲਾਫ ਨਹੀਂ, ਬਲਕਿ ਮਾਸਟਰਾਂ ਦਾ ਹੀ ਇਤਜਾਜ ਹੈ ਕਿ ਵੀ ਇਹਨਾਂ ਵਿਚਾਰਿਆਂ ਨੇ ਸਾਰੀ ਜ਼ਿੰਦਗੀ ਲੋਕਾਂ ਦੇ ਬੱਚੇ ਪੜ੍ਹਾਏ ਨੇ, ਲੋਕਾਂ ਦੇ ਹਰ ਪਹਿਲਾਂ ਤਾਂ ਇਹ ਖੱਤ ਵੀ ਇਹੀ ਪੜ੍ਹਦੇ ਸਨ ਪਿੰਡਾਂ ਦੇ ਵਿੱਚ, ਫਿਰ ਇਹ ਸਕੂਲ ਮਾਸਟਰ ਲੱਗੇ, ਫਿਰ ਇਹਨਾਂ ਨੇ ਸਾਰੀ ਜ਼ਿੰਦਗੀ ਸਾਈਕਲ 'ਤੇ ਕੱਢ ਦਿੱਤੀ। ਆਪਣੀ 30 35 40 ਸਾਲ ਦੀ ਨੌਕਰੀ ਉਸੇ ਸਾਈਕਲ 'ਤੇ ਕੱਢ ਦਿੱਤੀ। ਇਹਨਾਂ ਸਾਈਕਲ ਨਹੀਂ ਬਦਲਿਆ, ਠੀਕ ਹੈ। ਇਹਨਾਂ ਦੀ ਮੱਝ ਦੀ ਖੁਰਲੀ 'ਚ ਅੱਜ ਵੀ ਪੱਠੇ ਕੋਈ ਨਹੀਂ। ਕਿਉਂ? ਕਿ ਇਹਨਾਂ ਨੇ ਕਦੇ ਮਹੀਨੇ ਬਾਅਦ ਇਹ ਨਹੀਂ ਕੋਸ਼ਿਸ਼ ਕੀਤੀ ਕਿ ਮੈਂ ਇਸ ਤਨਖਾਹ ਦੇ ਵਿੱਚੋਂ ਸਾਰੇ ਮਾਸਟਰਾਂ ਨੂੰ ਬੁਲਾ ਕੇ ਤੇ ਅਸੀਂ ਇਕੱਠੇ ਬਹਿ ਕੇ ਕੋਈ ਇਕੱਠ ਕਰਕੇ ਕੋਈ ਇਤਜਾਜ ਕਰਕੇ ਕੋਈ ਗੱਲ ਕਰਕੇ ਕੋਈ ਪੈਗਾਮ ਦਈਏ। ਇਹਨਾਂ ਪੈਗਾਮ ਨਹੀਂ ਦਿੱਤਾ। ਹੁਣ ਜਾ ਕੇ 70 80 ਸਾਲ ਤੋਂ ਬਾਅਦ ਥੋੜ੍ਹਾ ਜਿਹਾ ਇਤਜਾਜ ਹੋਇਆ ਤੇ ਉਹ ਇੱਕ ਛੋਟਾ ਮੋਟਾ ਹੋਇਆ, ਫਿਰ ਉਹ ਵੀ ਇਹਨਾਂ ਦੇ ਅੰਦਰ ਤਾਲੀਮ ਜ਼ਰੂਰ ਹੈ, ਇਹਨਾਂ ਦੇ ਅੰਦਰ ਪਹਾੜ ਇਸ ਤਾਲੀਮ ਦਾ, ਲੇਕਿਨ ਇਹਨਾਂ ਦੇ ਅੰਦਰ ਜੁਰਤ ਨਹੀਂ, ਇਹਨਾਂ ਦੇ ਅੰਦਰ ਦਲੇਰੀ ਨਹੀਂ। ਕੁਝ ਲੋਕਾਂ ਨੂੰ ਕੁਰਬਾਨੀ ਦੇਣ ਤੋਂ ਬਾਅਦ ਜਾ ਕੇ ਇਹ ਸਹੂਲਤਾਂ ਮਿਲਦੀਆਂ ਨੇ। ਇਹ ਮੁਲਕ ਵੀ ਬਣਿਆ ਸੀ ਤੇ ਕੁਰਬਾਨੀਆਂ ਦਿੱਤੀਆਂ ਗਈਆਂ ਸਨ। ਇਹ ਮੁਲਕ ਪਲੇਟ 'ਚ ਰੱਖ ਕੇ ਨਹੀਂ ਮਿਲਿਆ ਵੀ ਕਿ ਬਈ ਦੁਨੀਆ ਦੀ ਕੋਈ ਵੀ ਚੀਜ਼ ਹੈ ਉਹਦੇ ਵਾਸਤੇ ਕੁਰਬਾਨੀ ਦੇਣੀ ਪੈਂਦੀ ਹੈ, ਲੇਕਿਨ ਮਾਸਟਰ ਇੱਕ ਐਸਾ ਮਹਿਕਮਾ ਹੈ ਇਹ ਕੁਰਬਾਨੀ ਨਹੀਂ ਦਿੰਦਾ। ਇਹ ਕਹਿੰਦਾ ਕੁਰਬਾਨੀ ਕੋਈ ਹੋਰ ਦੇ, ਲੇਕਿਨ ਮੈਂ ਜਿੱਥੇ ਪਿਆ ਨਾ ਉਹ ਮੈਂ ਲੇਬਰ ਹਾਂ ਤੇ ਲੇਬਰ ਹੀ ਹਾਂ, ਮੈਂ ਟੈਕਨੀਸ਼ੀਅਨ ਆ ਤੇ ਟੈਕਨੀਸ਼ੀਅਨ ਹੀ ਆ, ਮੈਂ ਸੁਪਰਵਾਈਜ਼ਰ ਨਹੀਂ ਬਣ ਸਕਦਾ, ਮੈਂ ਇੰਜੀਨੀਅਰ ਨਹੀਂ ਬਣ ਸਕਦਾ, ਮੈਂ ਗਰੋਥ ਨਹੀਂ ਕਰ ਸਕਦਾ, ਮੈਂ ਅੱਗੇ ਨਾ। ਇਹਨਾਂ ਨੂੰ ਵਿਚਾਰਿਆਂ ਨੂੰ ਕਿਸੇ ਵੀ ਜਗ੍ਹਾ ਦੇ ਉੱਤੇ ਚਲੇ ਜਾਓ, ਹਰ ਮੁਲਕ ਦੇ ਵਿੱਚ ਮਾਸਟਰ ਦੀ ਇੱਕ ਵੈਲਿਊ ਹੈ, ਮਾਸਟਰ ਦੀ ਇੱਕ ਰੈਪੂਟੇਸ਼ਨ ਹੈ। ਮਾਸਟਰ ਨੂੰ ਦੇਖ ਕੇ ਜੱਜ ਖੜੇ ਹੋ ਜਾਂਦੇ ਨੇ। ਮੈਂ ਦੱਸਿਆ ਨਾ ਵੀ ਸਾਡੇ ਤੇ ਸਕੂਲ ਮਾਸਟਰ ਵਿਚਾਰਾ ਬੱਸ 'ਚ ਬਹਿ ਜੇ ਨਾ ਤੇ ਉਹਨੂੰ ਸੀਟ ਨਹੀਂ ਦਿੰਦੇ। ਤੇ ਬਾਹਰ ਦੇ ਮੁਲਕਾਂ ਦੇ ਵਿੱਚ ਅਗਰ ਕੋਈ ਸਕੂਲ ਮਾਸਟਰ ਅਦਾਲਤ 'ਚ ਜਾਏ ਤੇ ਜੱਜ ਨਹੀਂ ਬਹਿੰਦਾ ਉਨੀ ਦੇਰ ਜਿੰਨੀ ਦੇਰ ਮਾਸਟਰ ਖੜਾ ਹੋਵੇ। ਔਰ ਕੋਈ ਜ਼ਰੂਰੀ ਨਹੀਂ ਹੈ ਕਿ ਵੀ ਉਹਦਾ ਸ਼ਾਗਿਰਦ ਹੋਵੇ, ਉਹ ਬੇਸ਼ੱਕ ਕਰਾਚੀ ਦਾ ਹੋਵੇ ਤੇ ਸਕੂਲ ਮਾਸਟਰ ਲਾਹੌਰ ਦਾ ਹੋਵੇ, ਉਹ ਤਾਲੀਮ ਦੀ ਰਿਸਪੈਕਟ ਕਰਦੇ ਨੇ ਕਿ ਬਈ ਇਹ ਤਾਲੀਮ ਦਿੰਦਾ ਹੈ ਬੱਚਿਆਂ ਨੂੰ, ਸਾਡੇ ਬੱਚਿਆਂ ਨੂੰ, ਸਾਡੀ ਨਸਲ ਨੂੰ ਇਹ ਪੜ੍ਹਾਉਂਦੇ ਨੇ। ਤੇ ਇਸ ਮੁਲਕ ਦੇ ਵਿੱਚ ਮਾਸਟਰ ਦੀ ਇਹ ਵੈਲਿਊ ਹੈ ਵਿਚਾਰੇ ਦੀ ਕਿ ਮੈਂ ਦੱਸਿਆ ਕਿ ਮਾਸਟਰ ਨੇ ਖੁਦ ਕੋਸ਼ਿਸ਼ ਹੀ ਨਹੀਂ ਕੀਤੀ ਹੈ ਵੀ। ਮੈਂ ਜ਼ਿਆਦਾਤਰ ਜਗਾਉਣਾ ਚਾਹੁੰਦਾ ਹਾਂ ਉਸ ਕੌਮ ਨੂੰ ਕਿ ਜਿਹੜੀ ਇੰਨਾ ਇਲਮ ਹੋਣ ਦੇ ਬਾਵਜੂਦ ਵੀ ਸੁੱਤੀ, ਕਿ ਇਕੱਠ ਕਰਕੇ ਆਪਣੇ ਜਿਹੜੇ ਤੁਹਾਡੇ ਮਾਮਲਾਤ ਨੇ, ਜਿਹੜੇ ਤੁਹਾਡੇ ਜ਼ਿੰਦਗੀ ਦੇ ਮਸਲੇ ਨੇ, ਉਹਨੂੰ ਹੱਲ ਕਰੋ। ਜੇ ਤੁਸੀਂ ਹੱਲ ਨਹੀਂ ਕਰ ਸਕਦੇ, ਗੌਰਮੈਂਟ ਸਤ੍ਹਾ 'ਤੇ ਨਹੀਂ ਕਰ ਸਕਦੇ, ਤੇ ਤੁਹਾਡੇ ਅੰਦਰ ਇੰਨੀ ਜ਼ਰੂਰਤ ਹੋਣੀ ਚਾਹੀਦੀ ਹੈ ਕਿ ਤੁਸੀਂ ਇਕੱਠੇ ਹੋ ਕੇ ਜਿਸ ਜਗ੍ਹਾ 'ਤੇ ਖੜੇ ਹੋ ਜਾਓ, ਥਾਣੇ ਦੇ ਬੂਹੇ ਅੱਗੇ ਜਾਓ, ਸਾਰਾ ਥਾਣਾ ਅਲਰਟ ਹੋ ਜਾਏ, ਥਾਣਾ ਛੱਡ ਕੇ ਉਹ ਟੁਰ ਜਾਣ ਕਿ ਬਈ ਸਰ ਤੁਸੀਂ ਫੈਸਲਾ ਕਰੋ।
ਲੇਕਿਨ ਮਾਸਟਰ ਇਸ ਤਰ੍ਹਾਂ ਦੀ ਇੱਕ ਅੱਲਾਹ ਤਾਲਾ ਇਹਨਾਂ ਨੂੰ ਅਸੀਂ ਤੇ ਦੁਆ ਗੋ ਆ, ਕਿਉਂਕਿ ਅਸੀਂ ਵੀ ਇਹਨਾਂ ਦੀ ਰਿਸਪੈਕਟ ਇੰਨੀ ਕਰਨੇ ਆ ਕਿ ਸਾਡੇ ਸਾਹਮਣੇ ਤੇ ਅੱਜ ਵੀ ਆ ਜਾਣ ਸਾਡੇ ਜਿਹੜੇ ਉਸਤਾਦ ਨੇ, ਤੇ ਅਸੀਂ ਤੇ ਉਨੀ ਦੇਰ ਬਹਿੰਦੇ ਨਹੀਂ ਆ, ਸਾਡੇ ਕੋਲ ਤੇ ਗੱਲ ਨਹੀਂ ਹੁੰਦੀ ਉਹਨਾਂ ਨਾਲ ਕਿ ਬੇਸ਼ੱਕ ਅਸੀਂ ਦੁਨੀਆ ਦੇ ਕਿਸੇ ਖਿੱਤੇ ਤੇ ਵੀ ਟੁਰ ਜਾਈਏ, ਉਹਨਾਂ ਦੇ ਦੱਸੇ ਹੋਏ ਜਿਹੜੇ ਲਫ਼ਾਜ਼ ਨੇ ਉਹ ਸਾਨੂੰ ਅੱਜ ਵੀ ਯਾਦ ਨੇ। ਲੇਕਿਨ ਮਾਸਟਰ ਨੂੰ ਜਗਾਉਣੇ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮਾਸਟਰ ਜਾਗੇ। ਮਾਸਟਰ ਨੇ ਸ਼ੁਰੂ ਤੋਂ ਲੈ ਕੇ ਪਤਾ ਨਹੀਂ ਕਿਹੜੀ ਸ਼ੈ ਪੀ ਲਈ ਹੈ ਕਿ ਮਾਸਟਰ ਜਾਗਿਆ ਨਹੀਂ, ਨਾ ਆਪਣਾ ਹੱਕ ਲੈ ਸਕਿਆ, ਨਾ ਮੁਲਕ ਦੇ ਵਾਸਤੇ ਇਹਨੇ ਕੁਰਬਾਨੀ ਦਿੱਤੀ ਹੈ ਕਿ ਬਈ ਮੁਲਕ ਨੂੰ ਹੀ ਕਿਸੇ ਪਾਸੇ ਲੈ ਜਾਏ। ਕਿਸੇ ਖਾਤੇ 'ਚ ਇਹ ਨਹੀਂ ਆਉਂਦਾ ਕਿ ਫਲਾਣੀ ਜਗ੍ਹਾ ਤੇ ਮਾਸਟਰਾਂ ਨੇ ਇਹ ਕਰ ਛੜਿਆ। ਠੀਕ ਹੈ, ਅਗਰ ਕੋਈ ਉਸੇ ਮਾਸਟਰ ਦੀ ਦਿਲ ਆਜ਼ਾਰੀ ਹੋ ਰਹੀ ਹੈ ਤੇ ਮੈਂ ਸਭ ਤੋਂ ਪਹਿਲਾਂ ਮਾफ़ੀ ਮੰਗਣ ਵਾਸਤੇ ਤਿਆਰ ਹਾਂ, ਔਰ ਇੱਕ ਵਾਰੀ ਨਹੀਂ 101 ਵਾਰੀ ਮਾफ़ੀ ਮੰਗਣੇ ਵਾਸਤੇ ਤਿਆਰ ਹਾਂ, ਸਿਰਫ ਇਸ ਵਾਸਤੇ ਕਿ ਸਾਰੇ ਇਕੱਠੇ ਹੋ ਕੇ ਸਾਰੇ ਗੱਲ ਕਰਨ। ਅਗਰ ਕਿਸੇ ਨਾਲ ਨਹੀਂ ਕਰ ਸਕਦੇ ਤੇ ਕਮ ਅਜ਼ ਕਮ ਆਪਣੇ ਅੰਦਰ ਇਹ ਚੀਜ਼ ਹੋਣੀ ਚਾਹੀਦੀ ਹੈ ਕਿ ਇਹ ਮਾਸਟਰ ਹੀ ਜਾ ਰਹੇ ਨੇ। ਮਾਸਟਰ ਦੀ ਇੱਕ ਪਛਾਣ ਹੋਣੀ ਚਾਹੀਦੀ ਹੈ, ਮਾਸਟਰ ਦੀ ਇੱਕ ਰਿਸਪੈਕਟ ਹੋਣੀ ਚਾਹੀਦੀ, ਮਾਸਟਰ ਦਾ ਇੱਕ ਇਹਤਰਾਮ ਹੋਣਾ ਚਾਹੀਦਾ। ਇੱਥੇ ਮਾਸਟਰ ਕੋਲੋਂ ਦੀ ਗੁਜ਼ਰ ਜੇ ਪਤਾ ਹੀ ਨਹੀਂ ਚੱਲਦਾ ਕਿ ਵੀ ਇਹ ਮਾਸਟਰ ਜੀ ਨੇ। ਬਾਕੀ ਦੁਨੀਆ ਦੇ ਕਿਸੇ ਮਹਿਕਮੇ ਦੀ ਗੱਲ ਕਰ ਲਓ, ਲੋਕਾਂ ਨੂੰ ਪਤਾ ਹੈ ਕਿ ਵੀ ਇਹ ਫਲਾਣੇ ਜੀ ਦਰਜਾ ਝਾਰਮ ਦਾ ਮੁਲਾਜ਼ਮ ਹੈ ਨਾ, ਇੱਕ ਚਪੜਾਸੀ ਜਿਹੜਾ, ਉਹਦੇ ਤੋਂ ਵੀ ਲੋਕ ਡਰਦੇ ਨੇ, ਲੇਕਿਨ ਮਾਸਟਰ ਤੋਂ ਨਹੀਂ ਡਰਦੇ। ਦਰਜੇ ਝਾਰਮ ਦੀ ਵੀ ਲੋਕ ਇਸ ਵਾਸਤੇ ਰਿਸਪੈਕਟ ਕਰਦੇ ਨੇ ਕਿ ਯਾਰ ਇਹ ਕਿ ਫਲਾਣੇ ਅਫਸਰ ਕੋਲੇ, ਫਲਾਣੇ ਮਹਿਕਮੇ ਵਿੱਚ, ਡਾਕਟਰ ਨਾਲ, ਕਿਸੇ ਪਟਵਾਰੀ ਨਾਲ, ਕਿਸੇ ਫਲਾਣੇ ਨਾਲ, ਕਿਸੇ ਬਿਜਲੀ ਵਿੱਚ, ਜਿੱਥੇ ਲੋਕ ਕਹਿੰਦੇ ਨੇ ਯਾਰ ਆ ਬਿੱਲ ਜ਼ਿਆਦਾ ਆ ਜਾਏਦਾ ਜਾਂ ਸਾਨੂੰ ਤੰਗ ਕਰੇਦਾ ਕਰੇ ਰਿਪੋਰਟ, ਲੋਕ ਉਹਦੇ ਤੋਂ ਵੀ ਡਰਦੇ ਨੇ। ਲੇਕਿਨ ਮਾਸਟਰ ਹੈਡ ਮਾਸਟਰ ਵੀ ਹੋਵੇ ਤੇ ਉਹਦੇ ਤੋਂ ਵੀ ਨਹੀਂ ਡਰਦੇ। ਇਹਦੀ ਕੀ ਵਜ੍ਹਾ? ਮਾਸਟਰ ਜੀ ਅਸਲ ਵਜ੍ਹਾ ਹੈ ਕਿ ਬਈ ਦੁਨੀਆ ਦੇ ਉੱਤੇ ਰੋਸ਼ਨੀ ਜਿਹੜੀ ਆਈ ਹੈ, ਜੋ ਇਲਮ ਆਇਆ ਹੈ, ਜੋ ਦੁਨੀਆ ਨੇ ਤਰੱਕੀ ਕੀਤੀ ਹੈ, ਉਹ ਮਾਸਟਰ ਤੋਂ ਉੱਤੇ ਤੇ ਨਹੀਂ ਨਾ ਟੁਰ ਗਈ ਹੈ। ਮਾਸਟਰ ਨੇ ਦੱਸਿਆ ਤੇ ਉੱਥੇ ਤੱਕ ਪਹੁੰਚਿਆ ਨਾ, ਲੇਕਿਨ ਮਾਸਟਰ ਖੁਦ ਕਿਉਂ ਅੰਧੇਰੇ 'ਚ ਬੈਠਾ ਹੈ? ਮਾਸਟਰ ਦੀ ਸਮਝ ਨਹੀਂ ਰਲੀ ਕਿ ਇਹਦੇ ਬਾਰੇ 'ਚ ਸਾਨੂੰ ਕਮੈਂਟ ਬਾਕਸ ਦੇ ਵਿੱਚ ਲਿਖੋ ਵੀ ਮਾਸਟਰ ਕਿਉਂ ਹਨੇਰੇ 'ਚ ਬੈਠਾ ਰਿਹਾ। ਦੁਆਵਾਂ ਯਾਦ ਰੱਖਿਓ।